ਸੋ ਬੇਟਾ ਇਨਹੈਰੀਟੈਂਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਇਨਹੈਰੀਟੈਂਸ ਦੇ ਵਿੱਚ ਆਪਾਂ ਕਾਫੀ ਕੁਝ ਦੇਖ ਚੁੱਕੇ ਹਾਂ ਆਲਰੇਡੀ। ਇਨਹੈਰੀਟੈਂਸ ਕੀ ਹੈ? ਇਨਹੈਰੀਟੈਂਸ ਦਾ ਕਨਸੈਪਟ, ਬੇਸਿਕ ਇਨਹੈਰੀਟੈਂਸ, ਓਕੇ। ਐਂਡ ਉਸ ਤੋਂ ਬਾਅਦ ਫਿਰ ਆਪਾਂ ਦੇਖ ਚੁੱਕੇ ਹਾਂ ਜੋ ਕੰਸਟਰਕਟਰ ਚੇਨਿੰਗ ਕੀ ਹੈ, ਠੀਕ ਹੈ, ਕੰਸਟਰਕਟਰ ਕਿੱਦਾਂ ਕਿੱਦਾਂ ਇਨਵੋਕ ਹੁੰਦੇ ਆ। ਕੰਸਟਰਕਟਰ ਚੇਨਿੰਗ ਦਾ ਕਨਸੈਪਟ ਇਹ ਸੀ ਕਿ ਅਗਰ ਆਪਣੇ ਕੋਲ ਮਲਟੀਪਲ ਕੰਸਟਰਕਟਰਸ ਨੇ, ਫॉर ਐਗਜ਼ਾਮਪਲ ਇੱਕ ਬੇਸ ਕਲਾਸ ਦੇ ਵਿੱਚ ਹੈ, ਫਿਰ ਇੱਕ ਡਿਰਾਈਵ ਕਲਾਸ ਦੇ ਵਿੱਚ ਹੈ, ਤਾਂ ਜਿਹੜਾ ਕੰਸਟਰਕਟਰ ਨੂੰ ਜਿਹੜਾ ਕੰਸਟਰਕਟਰ ਚੱਲਣ ਦਾ ਆਰਡਰ ਹੋਏਗਾ ਉਹ ਕਿਸ ਤਰ੍ਹਾਂ ਦਾ। ਬੇਸ ਕਲਾਸ ਤੇ ਡਿਰਾਈਵਡ ਕਲਾਸ ਦੇ ਵਿੱਚ ਦੋ ਮੈਥਡਸ ਨੇ, ਬਿਲਕੁਲ ਸੇਮ ਨੇ, ਬਿਲਕੁਲ ਸੇਮ ਨੇਮ ਹੈ ਉਹਨਾਂ ਦੇ, ਬਿਲਕੁਲ ਸੇਮ ਉਹਨਾਂ ਦੀ ਸਿਗਨੇਚਰ ਹੈ, ਦੈਟ ਇਜ਼ ਰਿਟਰਨ ਟਾਈਪ ਐਂਡ ਉਹਨਾਂ ਦੇ ਪੈਰਾਮੀਟਰਸ ਸਾਰਾ ਕੁਝ ਸੇਮ ਹੈ। ਤਾਂ ਉਹ ਕਿਹੜਾ ਫੰਕਸ਼ਨ ਹੈ, ਕਿਹੜਾ ਮੈਥਡ ਹੈ ਚੱਲੇਗਾ। ਤਾਂ ਉਸ ਦੇ ਵਿੱਚ ਆਪਾਂ ਦੇਖਿਆ ਸੀ ਕਿ ਜਦੋਂ ਵੀ ਆਪਾਂ ਡਿਰਾਈਵ ਕਲਾਸ ਦਾ ਆਬਜੈਕਟ ਬਣਾਵਾਂਗੇ ਤਾਂ ਹਮੇਸ਼ਾ ਹੀ ਕੀ ਚੱਲੇਗਾ, ਹਮੇਸ਼ਾ ਹੀ ਆਪਣੇ ਕੋਲ ਡਿਰਾਈਵ ਕਲਾਸ ਦਾ ਜੋ ਆਪਣੇ ਕੋਲ ਮੈਥਡ ਹੈ ਉਹ ਚੱਲੇਗਾ, ਠੀਕ ਹੈ। ਸੋ ਉਹ ਚੀਜ਼ ਆਪਾਂ ਦੇਖੀ ਸੀ, ਉਹ ਦੇਖੀ ਸੀ ਆਪਾਂ ਮੈਥਡ ਓਵਰਰਾਈਡਿੰਗ। ਸੋ ਇੱਕ ਵਾਰੀ ਮੈਂ ਤੁਹਾਨੂੰ ਇੱਥੇ ਦਿਖਾ ਵੀ ਦਿੰਦਾ, ਫॉर ਐਗਜ਼ਾਮਪਲ ਦਿਸ ਵਨ। ਸੋ ਇੱਥੇ ਆਪਾਂ ਇਹ ਦੇਖਿਆ ਸੀ, ਇੱਥੇ ਆਪਣੇ ਕੋਲ ਕੀ ਹੈ, ਓਵਰਰਾਈਡ ਆਪਾਂ ਦੇਖਿਆ ਸੀ, ਠੀਕ ਹੈ, ਓਵਰਰਾਈਡ ਐਗਜ਼ਾਮਪਲ ਦੇਖੀ ਸੀ। ਆਈ ਥਿੰਕ ਦਿਸ ਵਾਸ ਦਾ ਐਗਜ਼ਾਮਪਲ, ਠੀਕ ਹੈ। ਸੋ ਇੱਥੇ ਆਪਾਂ ਦੇਖਿਆ ਸੀ ਮੈਥਡ ਓਵਰਰਾਈਡਿੰਗ। ਏ ਕਲਾਸ ਸੀ, ਏ ਕਲਾਸ ਦਾ ਇੱਕ ਕੰਸਟਰਕਟਰ ਲਿਆ, ਠੀਕ ਹੈ, ਐਂਡ ਉਸ ਤੋਂ ਬਾਅਦ ਇੱਕ ਮੈਥਡ ਲਿਆ ਸ਼ੋ। ਸੋ ਬੀ ਕਲਾਸ ਜੋ ਏ ਕਲਾਸ ਤੋਂ ਬਣੀ ਹੈ ਉਸ ਦੇ ਵਿੱਚ ਵੀ ਅਸੀਂ ਇੱਕ ਮੈਥਡ ਲਿਆ ਸ਼ੋ, ਠੀਕ ਹੈ। ਹੁਣ ਇਹ ਦੋਨਾਂ ਮੈਥਡ ਦੀ ਪ੍ਰੋਬਲਮ ਕੀ ਸੀ ਕਿ ਜਦੋਂ ਵੀ ਬੀ ਕਲਾਸ ਦਾ ਆਬਜੈਕਟ ਕ੍ਰੀਏਟ ਹੁੰਦਾ ਸੀ ਉਸ ਦੇ ਵਿੱਚ ਫਿਰ ਜਦੋਂ ਸ਼ੋ ਨੂੰ ਕਾਲ ਕਰਦੇ ਸੀ ਤਾਂ ਹਮੇਸ਼ਾ ਸ਼ੋ ਕਿਹੜਾ ਕਾਲ ਹੁੰਦਾ ਸੀ, ਬੀ ਕਲਾਸ ਦਾ। ਏ ਕਲਾਸ ਦਾ ਸ਼ੋ ਕਦੇ ਵੀ ਕਾਲ ਨਹੀਂ ਹੁੰਦਾ ਸੀ। ਅਗਰ ਤੁਸੀਂ ਕਰਨਾ ਹੈ, ਠੀਕ ਹੈ, ਸੋ ਇਹਨੂੰ ਬੇਸਿਕਲੀ ਕੀ ਕਹਿੰਦੇ ਸੀ, ਦਿਸ ਇਜ਼ ਕਾਲਡ ਮੈਥਡ ਓਵਰਰਾਈਡਿੰਗ। ਸੋ ਏ ਦਾ ਜੋ ਹੈ, ਜੋ ਬੇਸ ਕਲਾਸ ਦਾ ਮੈਥਡ ਹੈ ਉਹ ਕਿਹਨੇ ਓਵਰਰਾਈਡ ਕਰ ਲਿਆ, ਡਿਰਾਈਵਡ ਕਲਾਸ ਦੇ ਆਬਜੈਕਟ ਨੇ ਓਵਰਰਾਈਡ ਕਰ ਲਿਆ। ਹੁਣ ਇਸ ਦੇ ਵਿੱਚ ਪ੍ਰੋਬਲਮ ਇਹ ਸੀ ਵੀ ਅਸੀਂ ਅਗਰ ਏ ਦਾ ਜੋ ਸ਼ੋ ਮੈਥਡ ਹੈ ਉਹ ਯੂਜ਼ ਕਰਨਾ ਹੈ ਤਾਂ ਕਿਵੇਂ ਯੂਜ਼ ਕਰ ਸਕਦੇ ਸੀ। ਸੋ ਦੈਟ ਇਜ਼ ਵਿਦ ਦਾ ਹੈਲਪ ਆਫ ਸੁਪਰ ਕੀਵਰਡ। ਸੁਪਰ ਕੀਵਰਡ ਦੇ ਨਾਲ ਅਸੀਂ ਸੁਪਰ ਡਾਟ ਸ਼ੋ ਲਗਾ ਕੇ ਬੇਸ ਕਲਾਸ ਦਾ ਸ਼ੋ ਮੈਥਡ ਹੈ ਉਸ ਨੂੰ ਵੀ ਅਸੀਂ ਕੀ ਕਰ ਸਕਦੇ ਹਾਂ, ਕਾਲ ਕਰ ਸਕਦੇ। ਸੋ ਇਹ ਆਪਾਂ ਦੇਖਿਆ ਸੀ ਮੈਥਡ ਓਵਰਰਾਈਡਿੰਗ ਦੇ ਵਿੱਚ। ਇਸ ਨੂੰ ਆਰਡਰ ਆਫ ਇਨਵੋਕੇਸ਼ਨ ਵੀ ਆਪਾਂ ਆਰਡਰ ਦੇ ਵਿੱਚ ਚੀਜ਼ਾਂ। ਸੋ ਆਪਾਂ ਇੱਕ ਫੁੱਲ ਫਲੈਜ ਐਗਜ਼ਾਮਪਲ ਵੀ ਕੀਤੀ ਸੀ ਵਿਦ ਦਾ ਹੈਲਪ ਆਫ ਬਾਕਸ, ਜੋ ਬਾਕਸ ਐਗਜ਼ਾਮਪਲ ਵਿੱਚ ਇੱਕ ਬਾਕਸ ਕ੍ਰੀਏਟ ਕਰਦੇ ਸੀ, ਬਾਕਸ ਵੇਟ ਦੇਖਦੇ ਸੀ। ਫਿਰ ਉਸ ਤੋਂ ਬਾਅਦ ਮਲਟੀ ਲੈਵਲ ਦੇ ਵਿੱਚ ਆਪਾਂ ਕੀ ਆ ਗਏ ਸੀ, ਸ਼ਿਪਮੈਂਟ ਵਾਲੀ ਕਲਾਸ ਬਣਾਈ ਸੀ ਆਪਾਂ, ਉਹ ਵੀ ਦੇਖਿਆ ਸੀ। ਸੋ ਇਹ ਚੀਜ਼ਾਂ ਆਪਾਂ ਆਲਰੇਡੀ ਕਵਰ ਕਰ ਚੁੱਕੇ। ਨਾਓ ਦ ਥਿੰਗ ਇਜ਼ ਲੈਫਟ ਪ੍ਰੋਟੈਕਟਡ ਡੇਟਾ, ਪ੍ਰਾਈਵੇਟ ਡੇਟਾ ਐਂਡ ਪਬਲਿਕ ਡੇਟਾ। ਸਾਨੂੰ ਪ੍ਰਾਈਵੇਟ ਦਾ ਵੀ ਥੋੜਾ ਜਿਹਾ ਕਨਸੈਪਟ ਪਤਾ, ਸਾਨੂੰ ਪਬਲਿਕ ਦਾ ਵੀ ਪਤਾ, ਸਾਨੂੰ ਪ੍ਰੋਟੈਕਟਡ ਦਾ ਐਗਜ਼ੈਕਟਲੀ ਨਹੀਂ ਪਤਾ, ਐਂਡ ਸਾਨੂੰ ਇਹ ਨਹੀਂ ਪਤਾ ਵੀ ਇਹਨਾਂ ਤਿੰਨਾਂ ਦੀ ਐਕਚੁਅਲੀ ਰੇਂਜ ਕਿੱਥੇ ਤੱਕ ਹੈ। ਮਤਲਬ ਅਗਰ ਇੱਕ ਡੇਟਾ ਪ੍ਰਾਈਵੇਟ ਹੈ ਤਾਂ ਉਸ ਨੂੰ ਕਿੱਥੇ ਤੱਕ ਐਕਸੈਸ ਕੀਤਾ ਜਾ ਸਕਦਾ ਹੈ, ਅਗਰ ਇੱਕ ਡੇਟਾ ਪ੍ਰੋਟੈਕਟਡ ਹੈ ਤਾਂ ਉਸ ਨੂੰ ਕਿੱਥੇ ਤੱਕ ਡੇਟਾ ਐਕਸੈਸ ਕੀਤਾ ਜਾ ਸਕਦਾ ਹੈ। ਸੋ ਇਹ ਚੀਜ਼ਾਂ ਆਪਾਂ ਨੂੰ ਹਜੇ ਨਹੀਂ ਪਤਾ, ਇਹ ਚੀਜ਼ਾਂ ਆਪਾਂ ਸਮਝ ਨਹੀਂ ਆਉਂਦੀਆਂ। ਸੋ ਉਸ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਉਸ ਤੋਂ ਪਹਿਲਾਂ ਇੱਕ ਟੌਪਿਕ ਜੋ ਇਨਹੈਰੀਟੈਂਸ ਦਾ ਲੈਫਟ ਹੈ which is not mentioned in the syllabus but that is very important, and ਉਹ ਜਿਹੜਾ ਟੌਪਿਕ ਹੈ ਆਪਣੇ ਕੋਲ that is use of the final keyword, ਠੀਕ ਹੈ। ਸੋ ਇਨਹੈਰੀਟੈਂਸ ਦੇ ਕੇਸ ਦੇ ਵਿੱਚ, ਜਾਵਾ ਦੇ ਕੇਸ ਦੇ ਵਿੱਚ ਜੋ ਬੇਟਾ ਇਸ ਬੁੱਕ ਦੇ ਵਿੱਚ, ਇਸ ਚੈਪਟਰ ਦੇ ਵਿੱਚ, ਜੋ ਚੈਪਟਰ ਤੁਹਾਨੂੰ ਮੈਂ ਸ਼ੇਅਰ ਕੀਤਾ, ਇਸ ਦੇ ਵਿੱਚ ਕੁਝ ਹੋਰ ਟੌਪਿਕਸ ਵੀ ਨੇ ਜੋ ਰਹਿੰਦੇ ਨੇ, ਠੀਕ ਹੈ, ਬਟ ਉਹਨਾਂ ਨੂੰ ਮੈਂ ਕਵਰ ਕਰਾਉਂਗਾ ਯੂਨਿਟ ਦੇ ਅਕੋਰਡਿੰਗ। ਸੋ ਉਹਨਾਂ ਨੂੰ ਕਰਾਉਂਗਾ ਸਿਲੇਬਸ ਦੇ ਅਕੋਰਡਿੰਗ। ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਐਬਸਟਰੈਕਟ ਵਾਲਾ ਜੋ ਹੈ ਆਪਣੇ ਕੋਲ ਕਲਾਸਿਸ ਹੈ, ਠੀਕ ਹੈ ਨਾ। ਸੋ ਐਬਸਟਰੈਕਟ ਕਲਾਸ ਜੋ ਹੈ ਉਹ ਆਪਣੇ ਕੋਲ ਇੱਥੇ ਕਵਰ ਹੋ ਰਿਹਾ, ਠੀਕ ਹੈ। ਸੋ ਇੱਥੇ ਕਵਰ ਹੋ ਰਿਹਾ ਤਾਂ ਆਪਾਂ ਇਸ ਨੂੰ ਇੱਥੇ ਹੀ ਕਵਰ ਕਰਾਂਗੇ। ਸੋ ਐਬਸਟਰੈਕਟ ਕਲਾਸਿਸ ਵਾਲਾ ਜਿਹੜਾ ਮੇਰੇ ਕੋਲ ਟੌਪਿਕ ਹੈ ਉਸ ਨੂੰ ਮੈਂ ਹਜੇ ਇੱਥੇ ਛੱਡੂੰਗਾ, ਇੱਥੇ ਇਸ ਨੂੰ ਨਹੀਂ ਟੱਚ ਕਰੂੰਗਾ। ਸੋ ਜੋ ਆਪਾਂ ਕਰਾਂਗੇ that is using the final with the inheritance. Once this is done, ਆਪਾਂ ਕਵਰ ਕਰ ਲੈਣੇ ਫਾਈਨਲ ਵਾਲਾ। ਸੋ ਇਨਹੈਰੀਟੈਂਸ ਦਾ ਆਲਮੋਸਟ ਜੋ ਤੁਹਾਡਾ ਹੈ ਸਾਰਾ ਕੰਪਲੀਟ ਹੈ। ਸੋ ਇਸ ਦੇ ਵਿੱਚ ਕੋਈ ਹੁਣ ਪਾਰਟ ਲੈਫਟ ਨਹੀਂ ਰਹਿ ਗਿਆ ਐਜ਼ ਪਰ ਯੂਰ ਸਿਲੇਬਸ। ਉਸ ਤੋਂ ਬਾਅਦ ਆਪਾਂ ਸਟਾਰਟ ਕਰਾਂਗੇ ਪੈਕੇजेस। ਅਗੇਨ ਪੈਕੇजेस ਜੋ ਹੈ, ਪੈਕੇजेस ਦਾ ਜੋ ਕਨਸੈਪਟ ਹੈ ਉਹ ਥੋੜਾ ਬਹੁਤ ਤੁਹਾਨੂੰ ਇਕਲਿਪਸ ਤੋਂ ਪਤਾ ਲੱਗ ਹੀ ਗਿਆ, ਕਿਉਂਕਿ ਆਪਾਂ ਇਕਲਿਪਸ ਦੇ ਵਿੱਚ ਆ ਦੇਖੋ ਇੱਥੇ ਪੈਕੇਜ ਯੂਜ਼ ਕਰਦੇ ਹਾਂ, ਠੀਕ ਹੈ, ਅਲੱਗ-ਅਲੱਗ ਤਰ੍ਹਾਂ ਦੇ ਇੱਥੇ ਪੈਕੇजेस ਯੂਜ਼ ਕਰ ਰਹੇ ਹਾਂ ਆਪਾਂ, ਠੀਕ ਹੈ। ਨਾਓ ਦ ਥਿੰਗ ਇਜ਼ ਦੈਟ ਕਿ ਇਸ ਪੈਕੇਜ ਦੀ ਹੋਰ ਇੰਪੋਰਟੈਂਸ ਕੀ ਹੈ। ਮਤਲਬ ਇਹ ਤਾਂ ਦੇਖ ਲਿਆ ਸੀ ਵੀ ਹਾਂ ਪੈਕੇजेस ਕ੍ਰੀਏਟ ਕਰਦੇ ਆ, ਪੈਕੇजेस ਕ੍ਰੀਏਟ ਕਰਨੇ ਚਾਹੀਦੇ ਆ। ਨਾਓ ਵਾਈ ਦ ਪੈਕੇजेस ਆਰ ਨੈਸੈਸਰੀ ਐਂਡ ਪੈਕੇजेस ਦਾ ਹੋਰ ਕਿੱਥੇ ਰੋਲ ਹੈ। ਪੈਕੇजेस ਦਾ ਬੇਟਾ ਰੋਲ ਆਉਂਦਾ ਹੈਗਾ ਚੀਜ਼ਾਂ ਨੂੰ ਡਿਫਾਈਨ ਕਰਨ ਦੇ ਲਈ, ਐਕਸੈਸ ਮੋਡੀਫਾਇਰ ਨੂੰ
एक्सेस मॉडिफायर्स ਨੂੰ यूज ਕਰਨ ਦੇ, ठीक है, कितने प्राइवेट है, कितने प्रोटेक्टेड है, कितने पब्लिक है, कितने अगर कुछ भी नहीं लिखते ਤਾਂ ਕੀ ਫਰਕ ਪੈਂਦਾ ਹੈ, सेम क्लास च सेम पैकेज सब क्लास च, ये सारी चीज़ें आप दिखांगे। एंड दिस टेबल इज वेरी वेरी इंपॉर्टेंट। वन क्वेश्चन कैन बी एक्सपेक्टेड इन योर फाइनल एग्जामिनेशन फ्रॉम दिस टॉपिक, एक्सेस मॉडिफायर्स, ठीक है, एक्सेस मॉडिफायर्स। और एक थर्ड यूनिट ਦੇ ਵਿੱਚ ਆਪਾਂ ਇੱਕ ਟੌਪਿਕ ਛੱਡਿਆ ਹੋਇਆ, that is private versus public versus protected versus default, and the same is repeated here, protected data, private data and public data. So this topic and this topic, it will be covered today. So ये चीज़ आप आज cover करें। So जल्दी नाल ਆਪਾਂ ਇਹਨੂੰ start ਕਰਦੇ ਹਾਂ, ਪਹਿਲਾਂ ਆਪਾਂ final वाला खत्म कर दें। So now the using final with inheritance, the keyword final has three uses. First, it can be used to create the equivalent of named constant. This use was described in the preceding chapter. The two uses of final apply to inheritance, both are examined here. तो सब तो पहला तो बेटा ये है कि आप फाइनल कीवर्ड यूज कर सकते हैं, ठीक है ना। फाइनल कीवर्ड ਨੂੰ ਅਸੀਂ यूज कर सकते हैं ਇੱਕ ਕਨਸਟੈਂਟ ਦੇ ਤੌਰ ਤੇ ਆਪਾਂ ਇਸ ਨੂੰ यूज ਕਰ ਸਕਦੇ ਹਾਂ, ਠੀਕ ਹੈ, ਜੋ ਆਪਾਂ ਪਹਿਲਾਂ ਪਿਛਲੇ ਯੂਨਿਟ ਦੇ ਵਿੱਚ ਦੇਖਿਆ ਸੀਗਾ, ਠੀਕ ਹੈ, ਕਲਾਸਿਸ ਦੇ ਵਿੱਚ। ਇੱਕ ਚੀਜ਼ ਇਹਦਾ ਹੋਰ ਹੈ, ਇੱਕ ਮੈਥਡ ਜਿਹੜਾ ਹੋਰ ਹੈ, ਇਟ ਇਜ਼ ਯੂਜ਼ ਟੂ ਪ੍ਰੀਵੈਂਟ ਦ ਓਵਰਰਾਈਡਿੰਗ, ਠੀਕ ਹੈ। ਫॉर एग्जांपल बेटा अगर ਤੁਸੀਂ ਕਿਸੇ ਕਲਾਸ ਦੇ ਵਿੱਚ ਤੁਸੀਂ ਫॉर एग्जांपल A ਕਲਾਸ ਦੇ ਵਿੱਚ ਤੁਸੀਂ ਇੱਕ ਮੈਥਡ ਬਣਾਇਆ METH ਮੈਥਡ, ठीक है। सो ये वाला अगर ਤੁਸੀਂ ਮੈਥਡ ਬਣਾਇਆ, ठीक है, सो ਇਹ ਵਾਲੇ ਮੈਥਡ ਦੇ ਵਿੱਚ ਤੁਸੀਂ ਦੇਖੋਗੇ ਇੱਥੇ ਆਪਾਂ ਕੀ ਯੂਜ਼ ਕੀਤਾ ਹੋਇਆ, ਇੱਥੇ ਇੱਕ ਫਾਈਨਲ ਕੀਵਰਡ ਯੂਜ਼ ਕੀਤਾ ਹੈ। ਨਾਓ ਇਹ ਫਾਈਨਲ ਕੀਵਰਡ ਯੂਜ਼ ਕਰਨ ਦੇ ਨਾਲ ਕੀ ਹੋਏਗਾ ਕਿ ਜਦੋਂ ਕੋਈ ਵੀ ਕਲਾਸ ਲਾਈਕ B ਕਲਾਸ A ਕਲਾਸ ਤੋਂ ਬਣੇਗੀ, A ਕਲਾਸ ਤੋਂ ਐਕਸਟੈਂਡ ਹੋਏਗੀ, ਤਾਂ ਅਗਰ ਉਹ ਸੇਮ ਮੈਥਡ ਨੂੰ ਓਵਰਰਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ, ਸੇਮ ਮੈਥਡ ਨੂੰ ਰੀਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਿਹਾ, then you will get an error, ਤਾਂ ਤੁਹਾਨੂੰ ਇੱਕ ਐਰਰ ਮਿਲੇਗਾ, ठीक है। सो एरर क्यों मिलेगा, क्योंकि ਜਿਹੜਾ ਉੱਪਰਲਾ ਮੈਥਡ ਹੈ that has been declared final। ਸੋ ਫਾਈਨਲ ਦਾ ਮਤਲਬ ਕੀ ਹੈ, ਇਸ ਨੂੰ ਦੁਬਾਰਾ ਲਿਖਿਆ ਨਹੀਂ ਜਾ ਸਕਦਾ, ਇਸ ਨੂੰ ਦੁਬਾਰਾ ਡਿਫਾਈਨ ਨਹੀਂ ਕੀਤਾ ਜਾ ਸਕਦਾ। ਸੋ that is the one use of the final to prevent overriding। ਉਸ ਤੋਂ ਬਾਅਦ ਬੇਟਾ ਨੈਕਸਟ ਯੂਜ਼ ਕੀ ਹੈ ਫਾਈਨਲ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕੋਈ ਕਲਾਸ ਹੈ, this is the final class, मतलब क्लास A है, this is my final class, ਇਸ ਕਲਾਸ ਤੋਂ ਕੋਈ ਵੀ ਕਲਾਸ ਐਕਸਟੈਂਡ ਨਹੀਂ ਕੀਤੀ ਜਾਣੀ ਚਾਹੀਦੀ, ਤਾਂ ਤੁਸੀਂ ਉਸ ਦੇ ਮੂਰੇ ਫਾਈਨਲ ਲਿਖ ਦਿਓ। एंड उस तो बाद अगर तुसी कोई भी क्लास क्लियर है, सर थोड़ी वॉइस बंद हो गई सी विच। कितना टाइम बेटा सर वो जो फाइनल क्लास वाली है ना, वो तो बाद ही बंद हो गई सी। दिस वन आ वाला, हाँ जी सर, यस सर, ठीक है। चलो मैं दोबारा दस देना बेटा, फाइनल क्लास अगर तुसी किसी क्लास के मूरे फाइनल लिखते हो ਤਾਂ ਉਸ ਕੇਸ ਦੇ ਵਿੱਚ ਕੀ ਹੋਏਗਾ, ਜਿਹੜੀ ਉਹ ਕਲਾਸ ਹੈ ਉਸ ਕਲਾਸ ਨੂੰ ਯੂਜ਼ ਕਰਕੇ ਕੋਈ ਵੀ ਨਵੀਂ ਕਲਾਸ ਨਹੀਂ ਬਣਾਈ ਜਾ ਸਕੇਗੀ, ਕੋਈ ਵੀ ਨਵੀਂ ਕਲਾਸ ਉਸ ਕਲਾਸ ਤੋਂ ਐਕਸਟੈਂਡ ਨਹੀਂ ਹੋਏਗੀ ਜਿਸ ਦੇ ਮੂਰੇ ਤੁਸੀਂ ਫਾਈਨਲ ਲਿਖ ਦਿੱਤਾ ਹੈ। क्लियर है? यस सर, ठीक है जी। हाँ जी, सारे ਨੂੰ क्लियर है? यस सर, ठीक है बेटा। सो दिस वाज ऑल अबाउट योर इनहेरिटेंस, ठीक है। इतने तक अपना इनहेरिटेंस वाला कॉन्सेप्ट अपना खत्म है, ठीक है। नोट्स विल बी प्रोवाइडेड टू यू, इस तो शॉर्ट नोट्स भी ਤੁਹਾਨੂੰ ਮਿਲ ਜਾਣਗੇ। अगर ਤੁਸੀਂ ਇਸੇ बुक तो एज इट इज पढ़ सकते हो then that is very good, ठीक है ना, क्योंकि काफी चंगी बुक है। ओके, सो मूविंग ऑन टू द नेक्स्ट वन, that is packages and interfaces। सो ਇਹਦੇ ਵਿੱਚ ਵੀ ਸਿਰਫ ਪੈਕੇजेस ਹੀ ਤੁਹਾਨੂੰ ਮੈਂ ਦੱਸੂਗਾ ਹਜੇ, क्योंकि once again interfaces will be covered here। interfaces अपने कोल इस जगह ਦੇ ਉੱਪਰ कवर होंगे, ठीक है। now moving on to this part, packages की ने बेटा, the package is basically like a container, ठीक है ना, एक कंटेनर की तरह होंगे। so
In preceding chapters, the name of each example class was taken from the same namespace. This means that a unique name had to be used for each class to avoid the name collisions. After a while, without some way to manage the namespace, you could run out of the convenient descriptive names for individual classes. You also need some way to be assured that the name you choose for the class will be reasonably unique and not collide with the class names chosen by the other programs. But a problem ਕੀ ਆਉਂਦੀ ਹੈ, ਜਦੋਂ ਅਸੀਂ ਸਿੰਪਲ ਇੰਡੀਵਿਜੂਅਲ ਕਲਾਸਿਸ ਯੂਜ਼ ਕਰਦੇ ਹਾਂ ਤਾਂ ਸਾਨੂੰ ਉੱਥੇ ਯੂਨੀਕ ਨੇਮ ਦੇਣੇ ਪੈਂਦੇ ਆ ਹਰ ਇੱਕ ਕਲਾਸਿਸ ਨੂੰ। ਹੁਣ ਕਲਾਸ A B C A B ਦਾ ਕੰਬੀਨੇਸ਼ਨ B C ਦਾ ਕੰਬੀਨੇਸ਼ਨ ਐਦਾਂ ਜਿਵੇਂ ਨਾਮ ਤੁਸੀਂ ਰੈਂਡਮ ਨੇਮ ਤਾਂ ਜਿਵੇਂ ਮਰਜ਼ੀ ਰੱਖ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਬਟ ਮੀਨਿੰਗਫੁਲ ਨਾਮ ਕੁਝ ਇੱਕ ਹੀ ਹੁੰਦੇ ਨੇ, ਮੀਨਿੰਗਫੁਲ ਨਾਮ ਪ੍ਰੋਗਰਾਮ ਦੇ ਅਕੋਰਡਿੰਗਲੀ ਉਹ ਖਤਮ ਵੀ ਹੋ ਜਾਂਦੇ ਨੇ ਕਈ ਵਾਰ, ਹੈ ਨਾ। ਸੋ ਇਸ ਕਰਕੇ ਸਾਨੂੰ ਇੱਕ ਪੈਕੇਜਿਸ ਦੀ ਲੋੜ ਪੈਂਦੀ ਹੈ ਜਿਸ ਦੇ ਵਿੱਚ ਅਸੀਂ ਕੀ ਕਰ ਸਕੀਏ, डिफरेंट पैकेजेस बना सकिए। फॉर एग्जांपल अगर पैकेज है अपने कोल A एंड उस दे विच अगर क्लास लेट से ਆਪਾਂ डेमो लिखी है ਤਾਂ पैकेज B ਦੇ ਵਿੱਚ ਵੀ ਜਿਹੜੀ क्लास है ਉੱਥੇ ਵੀ ਆਪਾਂ ਇੱਕ डेमो क्लास डिक्लेयर कर सकते हैं। ओके, वो भी है। नाउ इमेजिन अ स्मॉल ग्रुप ऑफ प्रोग्रामर्स फाइटिंग ओवर हु गेट्स टू यूज द नेम foobar as a class name, or imagine the entire internet community arguing over who first named a class espresso. Thankfully, Java provides a mechanism for partitioning the class namespace into more manageable chunks. The mechanism is the package. Package is both a naming and a visibility control mechanism. You can define class inside a package that are not accessible by the code outside the package. You can also define a class member that are only exposed to the other members of the same package. This allows your class to have intimate knowledge of each other, but not expose the knowledge to the rest of the world. So beta what happens कि Java एक मैकेनिज्म प्रोवाइड करती है पैकेज नाम ਦਾ। ਇਹ ਪੈਕੇਜ ਦੇ ਵਿੱਚ ਕੀ ਹੁੰਦਾ ਹੈਗਾ, ਬੋਥ ਨੇਮਿੰਗ ਫੰਕਸ਼ਨੈਲਿਟੀ ਵੀ ਹੈ ਤੇ ਵਿਜ਼ਿਬਿਲਿਟੀ ਕੰਟਰੋਲ ਮੈਕੈਨਿਜ਼ਮ ਵੀ ਹੈ। ਵਿਜ਼ਿਬਿਲਿਟੀ ਕੰਟਰੋਲ ਮੈਕੈਨਿਜ਼ਮ ਦਾ ਕੀ ਹੈ ਬੇਟਾ, ਕਿ ਤੁਸੀਂ ਪੈਕੇਜ ਦੇ ਵਿੱਚ ਇੱਕ ਕਲਾਸ ਡਿਫਾਈਨ ਕਰ ਸਕਦੇ ਹੋ ਤੇ ਉਸੇ ਪੈਕੇਜ ਦੇ ਵਿੱਚ ਜਿਹੜੀ ਉਹ ਕਲਾਸ ਹੈ ਉਹ ਦੂਸਰੀ ਕਲਾਸ ਨੂੰ ਤਾਂ ਉਸ ਨੂੰ ਨੌਲੇਜ ਹੋਏਗੀ ਇੱਕ ਦੂਸਰੇ ਦੀ ਕਲਾਸਿਸ ਦੇ ਵਿੱਚ। ਬਟ ਅਗਰ ਆਪਾਂ ਹੋਰ ਅਦਰ ਪੈਕੇजेस ਦੀ ਗੱਲ ਕਰੀਏ ਤਾਂ ਉੱਥੇ ਇਹ ਚੀਜ਼ ਇੱਕ ਦੂਜੇ ਦੀ ਕਲਾਸ ਦੇ ਬਾਰੇ ਨੌਲੇਜ ਨਹੀਂ ਹੋਏਗੀ, ਇੱਕ ਦੂਜੇ ਦੀ ਕਲਾਸ ਦੇ ਬਾਰੇ ਨਹੀਂ ਪਤਾ ਹੋਏਗਾ। ਠੀਕ ਹੈ, ਸੋ ਡਿਫਰੈਂਟ ਪੈਕੇजेस ਦੇ ਵਿੱਚ ਥੋੜੀ ਜੀ ਕਹਿ ਲਈਏ ਆਪਾਂ ਕਿ ਵਿਜ਼ਿਬਿਲਿਟੀ ਜੋ ਹੈ ਉਹ ਘਟ ਜਾਂਦੀ ਹੈ। ਠੀਕ ਹੈ, ਹੁਣ ਆਪਾਂ ਇਸ ਨੂੰ ਦੇਖਦੇ ਹਾਂ, ਪਹਿਲਾਂ ਪੈਕੇਜ ਦੀ ਐਗਜ਼ਾਮਪਲ ਲੈਂਦੇ ਹਾਂ। ਸੋ ਵਟ ਇਜ਼ ਡਿਫਾਈਨ ਅ ਪੈਕੇਜ। To create a package, it is quite easy. Simply include a package command as the first statement in a Java source file. Java ਦੀ ਜਿਹੜੀ ਵੀ source file ਹੈ ਬੇਟਾ ਉਸ ਦੇ ਵਿੱਚ ਪਹਿਲੀ ਲਾਈਨ ਲਿਖ ਦੇਣੀ ਹੈ ਤੁਸੀਂ package। ਦੇਖੋ package and ਉਸ ਤੋਂ ਬਾਅਦ ਕੋਈ ਵੀ ਨਾਮ ਦੇ ਦਿਓ semicolon, ਤਾਂ ਆਟੋਮੈਟਿਕਲੀ ਇਹ ਕਿਸ ਉਸੇ ਪੈਕੇਜ ਦਾ ਕੀ ਬਣ ਜਾਏਗਾ, ਪਾਰਟ ਬਣ ਜਾਏਗਾ। ਠੀਕ ਹੈ, ਸੋ ਪੈਕੇਜ ਉਸ ਤੋਂ ਬਾਅਦ ਪੈਕੇਜ ਦਾ ਨਾਮ, ਠੀਕ ਹੈ, ਜਿਹੜਾ ਪੈਕੇਜ ਤੁਸੀਂ ਦੇਣਾ। ਨਾਓ if you omit the package statement, the class names are put into the default package which has no name. ਅਗਰ ਤੁਸੀਂ ਇਹ ਛੱਡ ਦਿੰਦੇ ਹੋ ਤਾਂ ਆਟੋਮੈਟਿਕਲੀ ਕਲਾਸਿਸ ਡਿਫਾਲਟ ਨਾਮ ਦੇ ਪੈਕੇਜ 'ਚ ਚਲੀਆਂ ਜਾਂਦੀਆਂ ਨੇ। that is this is why you have not had to worry about the packages for now. While the default package is fine for short sample programs, it is inadequate for the real application. Most of the time you will define a package for your code. so ਤੁਸੀਂ ਆਪਣੇ ਜਿਹੜਾ default package ਹੁੰਦਾ ਬੇਟਾ ਛੋਟੇ ਛੋਟੇ ਕੋਡਸ ਦੇ ਲਈ, ਫॉर एग्जांपल ਆਪਾਂ ਜਿਵੇਂ ਇਸ ਕੇਸ ਦੀ ਗੱਲ ਕਰੀਏ, ਇੱਥੇ ਸਾਡੇ ਕੋਲ ਬਹੁਤ ਛੋਟਾ ਜਿਹਾ ਕੋਡ ਹੈ, 2 ਫਾਈਲਾਂ ਦਾ ਹੀ ਕੋਡ ਹੈ, ਤਾਂ ਇੱਥੇ ਸਾਡੇ ਕੋਲ ਅਗਰ ਪੈਕੇਜ ਅਸੀਂ ਨਹੀਂ ਵੀ ਲਿਖਦੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ। ਠੀਕ ਹੈ, ਬਟ ਇਨ ਕੇਸ ਜਦੋਂ ਸਾਡੇ ਕੋਲ ਕੰਪਲੈਕਸਿਟੀ ਵੱਧ ਰਹੀ ਹੈ ਤਾਂ ਉੱਥੇ ਸਾਨੂੰ ਪੈਕੇजेस ਡਿਫਾਈਨ ਕਰਨ ਦੀ ਜ਼ਰੂਰਤ ਹੈ। ਠੀਕ ਹੈ, ਹਾਂਜੀ ਬੇਟਾ ਕਲੀਅਰ ਹੈ ਸਾਰਿਆਂ ਨੂੰ ਪੈਕੇਜ ਕਿੱਦਾਂ ਡਿਫਾਈਨ ਕਰਨਾ ਹੈ? यस सर। Yes, sir. ठीक है now okay so Java uses file system directories to store the packages. For example, the dot class file for any class you declare to be part of my package must be stored in a directory called my package. Remember that case is significant and the directory name must match the package name exactly. so beta पैकेज ਦਾ ਨਾਮ ਜਿਹੜਾ ਹੈ ਉਹ ਕੇਸ ਸੈਂਸਿਟਿਵ ਹੈ, ਇਹ ਯਾਦ ਰੱਖਣਾ ਹੈ ਕਿ ਵੱਡਾ ਛੋਟਾ ਅਪਰ ਕੇਸ ਲੋਅਰ ਕੇਸ ਤੁਸੀਂ ਯੂਜ਼ ਕਰ ਦਿਓ ਲੈਟਰਸ ਤਾਂ ਉਹ ਡਿਫਰੈਂਟ ਨੇ। more than one file can be included in the same package statement. so same package statement ਦੇ ਵਿੱਚ ਤੁਸੀਂ ਇੱਕ ਤੋਂ ਜ਼ਿਆਦਾ ਫਾਈਲਾਂ ਇਨਕਲੂਡ ਕਰ ਸਕਦੇ ਹੋ। ਠੀਕ ਹੈ, ਲਾਈਕ ਦਿਸ, ਜਿਵੇਂ ਤੁਸੀਂ ਆਹ ਚੀਜ਼ਾਂ ਨੇ ਆਹ ਕਰ ਸਕਦੇ ਹੋ। so you can create a hierarchy of packages. ਤੁਸੀਂ ਪੈਕੇਜ ਦੀ ਹਾਇਰਾਰਕੀ ਵੀ ਕ੍ਰੀਏਟ ਕਰ ਸਕਦੇ ਹੋ ਬੇਟਾ ਕਿ ਸਭ ਤੋਂ ਪਹਿਲਾਂ ਟੌਪ ਤੇ ਪੈਕੇਜ 1 ਆਏਗਾ, ਫਿਰ ਡਾਟ ਉਹਦੇ ਅੰਡਰ ਪੈਕੇਜ 2 ਆਏਗਾ, ਉਹਦੇ ਅੰਡਰ ਪੈਕੇਜ 3 ਆਏਗਾ। ਤੁਸੀਂ ਇਹ ਚੀਜ਼ ਕਰਨੀ ਹੈ ਤਾਂ ਇਹ ਚੀਜ਼ ਵੀ ਕਰ ਸਕਦੇ ਹੋ। ਫॉर एग्जांपल ਆ ਦੇਖੋ, ਸੋ ਟੌਪ ਦੇ ਉੱਪਰ ਜਾਵਾ ਪੈਕੇਜ, ਉਸ ਦੇ ਅੰਦਰ AWT ਪੈਕੇਜ, ਉਸ ਦੇ ਅੰਦਰ ਇਮੇਜ ਪੈਕੇਜ। ਸੋ ਇਹ ਕਿੱਥੇ ਸਟੋਰ ਹੋਏਗਾ,
जावा डायरेक्टरी ਉਹਦੇ ਅੰਦਰ ਇੱਕ AWT डायरेक्टरी ਉਹਦੇ ਅੰਦਰ ਇਮੇਜ डायरेक्टरी। ਸੋ ਇਦਾਂ ਕਰਕੇ ਇਹ ਸਟੋਰ ਹੋਏਗੀ। ਸੋ ਤੁਸੀਂ ਹਾਇਰਾਰਕੀ ਵੀ ਪ੍ਰੋਵਾਈਡ ਕਰ ਸਕਦੇ, ਠੀਕ ਹੈ। ਸੋ ਉਸ ਤੋਂ ਬਾਅਦ ਹੈ ਆਪਣੇ ਕੋਲ ਪੈਕੇਜ ਲੋਕੇਟ ਕਿਵੇਂ ਕਰਨਾ ਹੈ, ਤੁਸੀਂ ਉਹ ਵੀ ਤੁਸੀਂ ਦੇਖ ਸਕਦੇ ਹੋਗੇ, ਠੀਕ ਹੈ। ਸੋ ਜਾਵਾ ਫੋਲਡਰ 'ਚ ਜਾ ਕੇ ਤੁਸੀਂ ਜਿਹੜਾ ਵੀ ਪੈਕੇਜ ਦਾ ਨਾਮ ਹੋਊਗਾ ਤੁਸੀਂ ਉਸ ਫੋਲਡਰ 'ਚ ਜਾ ਕੇ CD ਦੀ ਕਮਾਂਡ ਦੇ ਸਕਦੇ, ਠੀਕ ਹੈ। ਇੱਕ ਛੋਟੀ ਜਿਹੀ ਐਗਜ਼ਾਮਪਲ ਦੇਖਦੇ ਹਾਂ ਆਪਾਂ ਪੈਕੇਜ ਦੀ। ਸੋ ਇੱਥੇ ਦੇਖੋ, ਇੱਥੇ ਕਲਾਸ ਇੱਕ ਬੈਲੈਂਸ ਕਲਾਸ ਬਣਾਈ ਹੈ, ਠੀਕ ਹੈ। ਕਲਾਸ ਤੇ ਜ਼ਿਆਦਾ ਨਾ ਡਿਟੇਲ ਦਿਓ, ਕਲਾਸ ਤੇ ਜ਼ਿਆਦਾ ਫੋਕਸ ਕਰਨ ਦੀ ਲੋੜ ਨਹੀਂ ਹੈ, ਬਸ ਫੋਕਸ ਕਰੋ ਪੈਕੇਜ ਦੇ ਉੱਪਰ। ਪੈਕੇਜ ਇੱਥੇ ਪੈਕੇਜ ਦਾ ਨਾਮ, ਤਾਂ ਆਟੋਮੈਟਿਕਲੀ ਇਹ ਕੀ ਬਣ ਗਿਆ ਤੁਹਾਡੇ ਕੋਲ, ਇਹ ਪੈਕੇਜ ਬਣ ਗਿਆ, ਠੀਕ ਹੈ। ਸੋ ਦੈਟਸ ਇਟ, ਓਕੇ। ਸੋ ਇਹ ਆਪਣੇ ਕੋਲ ਬਣ ਗਿਆ ਪੈਕੇਜ। ਨਾਓ ਇਸ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੋ ਆਪਣੇ ਕੋਲ ਕੀ ਕਰ ਸਕਦੇ ਹੋ, ਤੁਸੀਂ ਦੇਖੋਗੇ ਇੱਥੇ ਕਿ ਇਹ ਜਿਹੜੀ ਆਪਣੇ ਕੋਲ ਫਾਈਲ ਹੈ ਇਸ ਨੂੰ ਆਪਾਂ ਸੇਵ ਕਰ ਲਿਆ accountbalance.java ਐਂਡ ਇਸ ਨੂੰ ਇੱਕ ਡਾਇਰੈਕਟਰੀ ਦੇ ਵਿੱਚ ਆਪਾਂ ਪਾਤਾ mypack। ਉਸ ਤੋਂ ਬਾਅਦ ਕੰਪਾਈਲ ਕਰੋਗੇ, ਇਸ ਨੂੰ ਕੰਪਾਈਲ ਕਰੋ, then make sure that the resulting .class file is also in the mypack directory, then try executing the account balance class using the following command line। तो ਤੁਸੀਂ ਕਮਾਂਡ ਲਾਈਨ ਦੇ ਉੱਪਰ ਜਾ ਕੇ ਜੇ java mypack.accountbalance ਐਗਜ਼ੀਕਿਊਟ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ remember you will need not to be in directory as explained account balance is now part of the mypack। this means that it cannot execute by itself, that is you cannot use the command line java account balance, ਠੀਕ ਹੈ। ਸੋ ਬੇਟਾ ਇੱਥੇ ਫਰਕ ਕੀ ਪੈ ਗਿਆ, ਇੱਥੇ ਫਰਕ ਇਹ ਪੈ ਗਿਆ ਕਿਉਂਕਿ ਹੁਣ ਜਿਹੜਾ ਇਹ ਕਲਾਸ ਹੈ, ਇਹ ਸਾਰਾ ਜਿਹੜਾ ਸਟਰਕਚਰ ਹੈ, this entire structure is a part of my package, ਉਹਨੇ my package ਦਾ ਹਿੱਸਾ ਹੈ। ਇਸ ਕਰਕੇ ਜਦੋਂ ਵੀ ਤੁਸੀਂ ਇਸ ਨੂੰ ਕਮਾਂਡ ਲਾਈਨ ਦੇ ਉੱਪਰ ਚਲਾਉਣਾ ਹੈ, ਠੀਕ ਹੈ ਨਾ, ਜਾਂ ਇਹਨੂੰ ਰਨ ਕਰਨਾ ਇੱਕ ਤਰ੍ਹਾਂ ਨਾਲ, ਤਾਂ ਤੁਹਾਨੂੰ ਪਹਿਲਾਂ ਪੈਕੇਜ ਦਾ ਨਾਮ, ਫਿਰ ਉਸ ਤੋਂ ਬਾਅਦ ਜਿਹੜੀ ਮੇਨ ਕਲਾਸ ਹੈ ਅਕਾਊਂਟ ਬੈਲੈਂਸ, ਫਿਰ ਉਸ ਤੋਂ ਬਾਅਦ ਤੁਹਾਨੂੰ ਅਕਾਊਂਟ ਬੈਲੈਂਸ ਲਗਾਉਣੀ ਪਊ। ਹੁਣ ਤੁਸੀਂ ਸਿੱਧਾ ਅਕਾਊਂਟ ਬੈਲੈਂਸ ਨਹੀਂ ਯੂਜ਼ ਕਰ ਸਕਦੇ, ਯੂ ਕਾਂਟ ਯੂਜ਼ ਅਕਾਊਂਟ ਬੈਲੈਂਸ ਡਾਇਰੈਕਟਲੀ। ਕਿਉਂ ਇਹ ਗਲਤ ਹੋ ਜਾਏਗਾ, ਕਿਉਂ ਗਲਤ ਹੋ ਜਾਏਗਾ, ਕਿਉਂਕਿ ਅਕਾਊਂਟ ਬੈਲੈਂਸ ਜੋ ਹੈ ਉਹ ਹੁਣ ਮਾਈ ਪੈਕੇਜ ਦਾ ਪਾਰਟ ਹੈ, ਠੀਕ ਹੈ। ਸੋ ਦੈਟ ਇਜ਼ ਇੰਪੋਰਟੈਂਟ। ਹਾਂਜੀ ਕਲੀਅਰ ਹੈ ਬੇਟਾ, ਇੱਥੇ ਤੱਕ ਪਤਾ ਲੱਗਿਆ ਸਾਰਿਆਂ ਨੂੰ? yes sir। okay beta, next is access protection, this is very important, ठीक है। ਆਹ ਵਾਲਾ ਜਿਹੜਾ ਪਾਰਟ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇੱਥੇ ਅਸੀਂ ਦੇਖਣਾ ਹੈ ਕਿ ਸਾਡੇ ਕੋਲ ਕਿਸ ਲੈਵਲ ਦੀ ਪ੍ਰੋਟੈਕਸ਼ਨ ਅਸੀਂ ਲੈ ਸਕਦੇ। okay, so in the preceding chapters you learned about various aspects of java access control mechanism and its access specifiers। for example ਤੁਹਾਨੂੰ ਹੁਣ ਤੱਕ ਇਹ ਪਤਾ ਹੈ ਕਿ ਜਿਹੜਾ ਪ੍ਰਾਈਵੇਟ ਮੈਂਬਰ ਹੈ, ਠੀਕ ਹੈ, ਜਦੋਂ ਕਲਾਸ 'ਚ ਕਿਸੇ ਵੀ ਕਲਾਸ 'ਚ ਆਪਾਂ ਪ੍ਰਾਈਵੇਟ ਮੈਂਬਰ ਲਿਖ ਦਿੰਦੇ ਹਾਂ, ਫॉर एग्जांपल ਲੈਟਸ ਸੇ ਬਾਕਸ ਕਲਾਸ ਹੈ, ਸੋ ਬਾਕਸ ਕਲਾਸ ਦੇ ਵਿੱਚ ਅਗਰ ਮੈਂ ਪ੍ਰਾਈਵੇਟ ਮੈਂਬਰ ਲਿਖ ਦਿੱਤੇ ਨੇ, ਠੀਕ ਹੈ ਨਾ, ਤਾਂ ਜਦੋਂ ਵੀ ਇਹ ਬਾਕਸ ਕਲਾਸ ਕਿਸੇ ਵੀ ਹੋਰ ਕਲਾਸ ਦੇ ਵਿੱਚ ਕਾਲ ਹੋ ਰਹੀ ਹੈ, ਠੀਕ ਹੈ ਨਾ, ਸੋ ਦਿਸ ਇਜ਼ ਹੁਣ ਦੇਖੋ ਇੱਥੇ ਸਿਰਫ ਸੁਪਰ ਕਲਾਸ ਕਾਲ ਹੋ ਰਹੀ ਹੈ ਨਾ। ਅਗਰ ਮੈਂ ਇੱਥੇ ਕੋਸ਼ਿਸ਼ ਕਰਾਂ ਕਿ ਮੈਂ ਹਾਈਟ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰਾਂ, ਸੋ ਹਾਈਟ, ਠੀਕ ਹੈ, ਸੋ ਤੁਸੀਂ ਦੇਖੋਗੇ ਅਗਰ ਇਹਨੂੰ ਮੈਂ ਕੁਝ ਵੀ ਲਿਖਣ ਦੀ ਕੋਸ਼ਿਸ਼ ਕਰਾਂ ਤਾਂ ਤੁਸੀਂ ਦੇਖੋਗੇ ਇਹਦੇ ਨੀਚੇ ਐਰਰ ਆ ਜਾਏਗਾ ਐਂਡ ਇਹ ਕਹਿ ਰਿਹਾ the field box.height is not visible। ਇਹ ਵਿਜ਼ੀਬਲ ਨਹੀਂ ਹੈ। ਕਿਉਂ ਵਿਜ਼ੀਬਲ ਨਹੀਂ ਹੈ? ਕਿਉਂਕਿ ਆਪਾਂ ਇੱਥੇ ਕੀ ਕਰਤਾ, ਇਸ ਨੂੰ ਪ੍ਰਾਈਵੇਟ ਡਿਕਲੇਅਰ ਕਰ। ਸੋ ਜਦੋਂ ਵੀ ਪ੍ਰਾਈਵੇਟ ਤੁਸੀਂ ਮੈਂਬਰਸ ਨੂੰ ਡਿਕਲੇਅਰ ਕਰਦੇ ਹੋ ਤਾਂ ਜਿਹੜੇ ਉਹ ਮੈਂਬਰਸ ਨੇ ਸਿਰਫ ਉਸੇ ਕਲਾਸ ਦੇ ਵਿੱਚ ਹੀ ਐਕਸੈਸ ਹੋ ਸਕਦੇ ਆ। ਫॉर एग्जांपल ਅਗਰ ਵਿਡਥ ਨੂੰ ਮੈਂ ਪ੍ਰਾਈਵੇਟ ਕੀਤਾ ਤਾਂ ਵਿਡਥ ਸਿਰਫ ਮੈਂ ਇਸੇ ਕਲਾਸ ਦੇ ਵਿੱਚ ਹੀ ਯੂਜ਼ ਕਰ ਸਕਦਾ। ਇਸ ਕਲਾਸ ਤੋਂ ਮੈਂ ਬਾਹਰ ਜਾ ਕੇ ਕਿਸੇ ਵੀ ਕਲਾਸ ਦੇ ਵਿੱਚ ਯੂਜ਼ ਨਹੀਂ ਕਰ ਸਕਦਾ, ਚਾਹੇ ਦੋਨਾਂ ਦਾ ਪੈਕੇਜ ਸੇਮ ਹੀ ਕਿਉਂ ਨਾ ਹੋਵੇ, ਠੀਕ ਹੈ। ਦੋਨਾਂ ਦਾ ਪੈਕੇਜ ਸੇਮ ਹੈ ਨਾ, ਸੋ ਦੋਨਾਂ ਦਾ ਪੈਕੇਜ ਸੇਮ ਹੈ ਐਂਡ ਪੈਕੇਜ ਸੇਮ ਹੋਣ ਦੇ ਬਾਵਜੂਦ ਮੈਂ ਉਸ ਪ੍ਰਾਈਵੇਟ ਮੈਂਬਰ ਨੂੰ ਕਿਸੇ ਹੋਰ ਕਲਾਸ ਦੇ ਵਿੱਚ ਐਕਸੈਸ ਨਹੀਂ ਕਰ ਸਕਦਾ, ਠੀਕ ਹੈ। ਸੋ ਦੈਟ ਇਜ਼ ਦ ਪ੍ਰਾਈਵੇਟ ਜੋ ਐਕਸੈਸ ਕੰਟਰੋਲ ਹੈ। ਪੈਕੇजेस ਐਡ ਅਨਦਰ ਡਾਇਮੈਂਸ਼ਨ ਟੂ ਐਕਸੈਸ ਕੰਟਰੋਲ। ਪੈਕੇजेस ਇੱਕ ਹੋਰ ਡਾਇਮੈਂਸ਼ਨ ਐਡ ਕਰ ਦਿੰਦੇ ਆ ਬੇਟਾ। ਪਹਿਲਾਂ ਤਾਂ ਆਪਾਂ ਕੰਪੈਰੀਜ਼ਨ ਕਰਦੇ ਸੀ ਡਿਫਰੈਂਟ ਕਲਾਸਿਸ ਨਾਲ, ਹੁਣ ਆਪਾਂ ਇਹ ਕੰਪੈਰੀਜ਼ਨ ਕਰਾਂਗੇ ਪੈਕੇजेस ਨਾਲ ਵੀ, ਠੀਕ ਹੈ ਨਾ। ਸੋ ਉਹ ਤੁਹਾਨੂੰ ਦੱਸੂਗਾ ਮੈਂ ਹੁਣੀ ਸ਼ਾਰਟਲੀ। then as you will see java provides many levels of the protection to allow fine-grained control over the visibility of the variables and methods within the classes, subclasses and packages। now classes and packages are both means of encapsulating and containing the namespaces and scope of variables and methods। basically beta classes ਤੇ packages ਦੋਨਾਂ ਦਾ ਮਤਲਬ ਹੀ ਇਹੀ ਹੈ ਵੀ different classes, different variables, different methods contain ਕਰਨਾ। ਹੁਣ ਜਿਵੇਂ box weight ਨਾਮ ਦਾ ਪੈਕੇਜ ਹੈ,
ਬੌਕਸ ਨਾਮ ਵੇਟ ਦੇ ਜੋ ਬੌਕਸ ਵੇਟ ਨਾਮ ਦਾ ਪੈਕੇਜ ਆ ਉਸ ਦੇ ਵਿੱਚ ਬੌਕਸ ਵੇਟ ਵਾਲੀ ਕਲਾਸ ਹੈ, ਉਸ ਦੇ ਵਿੱਚ ਬੌਕਸ ਕਲਾਸ ਵੀ ਹੈ, ਉਸ ਦੇ ਵਿੱਚ ਸ਼ਿਪਮੈਂਟ ਕਲਾਸ ਵੀ ਹੈ, ਠੀਕ ਹੈ। ਐਂਡ ਫਿਰ ਫਾਈਨਲੀ ਡੈਮੋ ਸ਼ਿਪਮੈਂਟ ਵੀ ਉਸੇ ਦਾ ਹੀ ਪਾਰਟ ਆ ਜਾਂਦੀ ਹੈ। ਸੋ ਇਹ ਸਾਰਾ ਕੁਝ ਕੀ ਆ ਜਾਂਦਾ, ਕੰਟੇਨਰ ਇੱਕ ਪੈਕੇਜ 'ਚ ਆ ਜਾਂਦਾ। ਸੇਮ ਵਾਈ ਜਿਹੜੀ ਕਲਾਸ ਹੈ, ਕਲਾਸ ਵੀ ਕੰਟੇਨਰ ਦੀ ਤਰ੍ਹਾਂ ਕੰਮ ਕਰਦੀ ਹੈ। ਕਲਾਸ ਦੇ ਵਿੱਚ ਡਿਫਰੈਂਟ ਵੇਰੀਏਬਲਸ ਆ ਜਾਂਦੇ ਆ, ਡਿਫਰੈਂਟ ਮੈਥਡਸ, ਡਿਫਰੈਂਟ ਕੰਸਟਰਕਟਰਸ, ਸਾਰਾ ਕੁਝ ਆਪਣੇ ਕੋਲ ਇੱਥੇ ਆ ਜਾਂਦਾ ਹੈ। ਨਾਓ ਪੈਕੇजेस ਐਕਟ ਐਜ਼ ਅ ਕੰਟੇਨਰ ਫॉर ਕਲਾਸਿਸ ਐਂਡ ਅਦਰ ਸਬਆਰਡੀਨੇਟ ਪੈਕੇजेस ਕਲਾਸਿਸ ਦੇ ਲਈ ਕੰਟੇਨਰ ਦਾ ਕੰਮ ਕਰਦੀ ਹੈ, ਇੱਕ ਭਾਂਡੇ ਦਾ ਕੰਮ ਕਰਦੀਆਂ ਨੇ, ਠੀਕ ਹੈ। ਉਸ ਭਾਂਡੇ ਦੇ ਵਿੱਚ ਕੀ ਆ ਜਾਂਦੀਆਂ, ਪੈਕੇਜ ਦੇ ਵਿੱਚ ਕਲਾਸਿਸ ਆ ਜਾਂਦੀਆਂ ਨੇ, ਤੇ ਉਸ ਪੈਕੇਜ ਦੇ ਵਿੱਚ ਹੋਰ ਛੋਟੇ ਪੈਕੇजेस ਵੀ ਆ ਜਾਂਦੇ ਆ। ਫॉर एग्जांपल ਅਗਰ ਮੈਂ ਇੱਥੇ ਡਾਟ ਕਰਕੇ ਲਿਖਾਂ ਤਾਂ ਡਾਟ ਕਰਕੇ ਮੈਂ ਦੂਜਾ ਪੈਕੇਜ ਦਾ ਨਾਮ ਵੀ ਲਿਖ ਸਕਦਾ, ਸੋ ਦੈਟ ਇਜ਼ ਆਲਸੋ ਅਲਾਉਡ, ਠੀਕ ਹੈ। ਸੋ ਉੱਥੇ ਸਬ ਪੈਕੇजेस ਹੋ ਜਾਣ। ਨਾਓ because of the interplay between classes and packages, Java addresses 4 category of visibility for class members. So ਇਹ ਜਿਹੜੇ ਪੈਕੇजेस ਤੇ ਕਲਾਸਿਸ ਦਾ ਜਿਹੜਾ ਆਪਾਂ ਕਹਿ ਲਈਏ ਨਾ ਵੀ ਜੋ ਵੇਰੀਏਬਲਸ ਨੇ, ਇਸ ਦੇ ਨਾਲ ਆਪਾਂ ਕੀ ਕਰ ਸਕਦੇ, 4 ਤਰ੍ਹਾਂ ਦੀਆਂ ਕੰਡੀਸ਼ਨਸ ਆਪਾਂ ਦੇਖ ਸਕਦੇ, ਠੀਕ ਹੈ। ਤੁਸੀਂ ਡਿਜੀਟਲ ਦੇ ਵਿੱਚ ਵੀ ਪੜ੍ਹਦੇ ਹੋ ਕਿ 2 ਵੇਰੀਏਬਲ ਹੋਣ ਤਾਂ ਟੋਟਲ ਕਿੰਨੇ ਕੇਸਿਸ ਬਣ ਸਕਦੇ ਆ, 4 ਕੇਸਿਸ ਬਣ ਸਕਦੇ ਆ, 2^2, ਠੀਕ ਹੈ। ਸਭ ਤੋਂ ਪਹਿਲਾ ਕੇਸ ਕੀ ਹੈ ਬੇਟਾ, ਸਬ ਕਲਾਸ ਇਨ ਦ ਸੇਮ ਪੈਕੇਜ, ਜਿਵੇਂ ਆਹ, ਠੀਕ ਹੈ। ਇਸ ਦੇ ਵਿੱਚ ਆਪਾਂ ਕੀ ਕੀਤਾ, ਆਪਾਂ ਇੱਕੋ ਹੀ ਪੈਕੇਜ ਦੇ ਵਿੱਚ 2 ਕਲਾਸਿਸ ਕ੍ਰੀਏਟ ਕੀਤੇ। ਸੋ ਸਬ ਕਲਾਸ ਇਨ ਦ ਸੇਮ ਪੈਕੇਜ। ਦੈਨ ਨॉन ਸਬ ਕਲਾਸ ਇਨ ਦ ਸੇਮ ਪੈਕੇਜ, मतलब पैकेज सेम है बट क्लासेस एक दूसरे तो इनहेरिट नहीं हुई हैं, ठीक है। क्लासेस एक दूसरे तो इनहेरिट नहीं हुई हैं, ठीक है। नो इनहेरिटेंस, इन दिस केस नो इनहेरिटेंस। तीसरा केस आ जाता बेटा, सब क्लास इन डिफरेंट पैकेज, क्लासेस 2 इनहेरिट तो हुई नहीं बट वो दोने किथे ने, डिफरेंट पैकेजेस हुई हैं। एंड चौथा केस आ जाता कि क्लासेस ना तो सेम पैकेज ते ने ते ना ही अपने कोल इनहेरिट हुई। सो इन्हां 4 केसेस दे लई साडे कोल 3 असेस स्पेसिफायर्स डिफाइन हुंदे ने, प्राइवेट, पब्लिक, प्रोटेक्टेड एंड एक चौथा भी हुंदा बेटा, दैट इज कॉल्ड डिफॉल्ट। अगर तुसी इन्हां तिन्नां दे विचों कोई भी कीवर्ड नहीं यूज करदे, फॉर एग्जांपल इत्थे जिवें आपां बॉक्स दे विच आपां प्राइवेट यूज कीता, ते अगर तुसी नहीं यूज करदे, कुछ भी नहीं यूज करदे, तां हुंदा डिफॉल्ट। सो ओदा भी आपां इत्थे देखांगे। हां जी बेटा, इत्थे तक पता लगे सारिआं नूं? यस सर। यस सर। हाँ जी क्लास, बाकी हेलो, पता लग गया बेटा इत्थे तक? यस सर। ठीक है बेटा, ओके। सो मूविंग ऑन टू द नेक्स्ट, दैट इज टेबल। दिस इज वेरी वेरी इंपॉर्टेंट। जिन्हें टेबल समझ लिया उसमें सारा कुछ ही समझ आ गया, ठीक है। एग्जांपल्स आपां इस तो बात करांगे। सो पहला टेबल समझ लो तुसीं सारा। प्राइवेट है, नो मॉडिफायर है, प्रोटेक्टेड एंड पब्लिक है। नो मॉडिफायर का मतलब क्या बेटा, डिफॉल्ट है, यानी अगर तिन्ना च तुसीं कुछ भी नहीं लिखिया। हुण सब तो पहली कंडीशन है सेम क्लास। सेम क्लास मतलब दिस वन, आ क्लास, इस क्लास, ठीक है। अगर किसी भी मैंबर नूं मैं प्राइवेट लिख दिना, हुण आपां केसेस देखते हैं। सो पहला केस की है प्राइवेट। अगर मैं किसी भी मैंबर नूं मैं प्राइवेट लिख दिना ਤਾਂ मैं सेम क्लास ਦੇ ਵਿੱਚ, ठीक है ना, सेम क्लास ਦੇ ਵਿੱਚ मैं की एक्सेस कर सकदा उसनूं? द आंसर इज यस। मैं इत्थे एक्सेस कर भी पा रहा, तुसीं देखोगे मैं इत्थे इसे क्लास ਦੇ ਵਿੱਚ ਇਹਨੂੰ एक्सेस कर भी पा रहा, ओके। एंड उस तो बाद अपने कोल की है, नेक्स्ट है अपने कोल नो मॉडिफायर। देखो बेटा, प्राइवेट की सब तो ज्यादा रिस्ट्रिक्शन होंदी है। अगर मैं प्राइवेट नूं एक्सेस कर पा रहा, दैट मीनस मैं बाकियां नूं तां डेफिनेटली एक्सेस कर पाऊंगा। मतलब अगर बाकी किते तुसीं कुछ नहीं भी लिखदे या प्रोटेक्टेड लिख दिंदे हो या पब्लिक लिख दिंदे हो, तां सेम क्लास दे विच मैं वो वेरीएबल्स नूं ते वो मैथड्स नूं जिन्हां दे मूरे या तां तुसीं प्राइवेट लिखिया या कुछ भी नहीं लिखिया या प्रोटेक्टेड या पब्लिक लिखिया, तां सेम क्लास दे विच मैं उन्हां नूं एक्सेस कर सकूंगा। दैट इज पॉसिबल। हाँ जी, क्लियर है बेटा पहला केस? यस सर। यस सर। ओके बेटा, नेक्स्ट है सेम पैकेज सब क्लास। ठीक है बेटा, नेक्स्ट है सेम पैकेज सब क्लास, यानी सेम पैकेज है। सो बॉक्स वेट नाम का पैकेज है एंड इत्थे भी बॉक्स वेट नाम का पैकेज है एंड इत्थे जो बॉक्स क्लास है, ठीक है, वो सुपर क्लास है एंड जो बॉक्स वेट क्लास है वो किहड़ी क्लास है? सब क्लास, ठीक है। सो ये अपने को सेकंड केस बन गया। हुण सेकंड केस दे विच ध्यान नाल देखो, ये कह रहा है कि अगर तो प्राइवेट है
ਤਾਂ ਯੂ ਕਾਂਟ ਐਕਸੈਸ, ਤੁਸੀਂ ਸਬ ਕਲਾਸ ਦੇ ਵਿੱਚ ਐਕਸੈਸ ਨਹੀਂ ਕਰ ਪਾਓਗੇ। ਦੇਖੋ ਧਿਆਨ ਨਾਲ ਬੇਟਾ, ਸੁਪਰ ਕਲਾਸ ਦਾ ਮੈਂ ਇੱਕ ਜੋ ਪ੍ਰਾਈਵੇਟ ਬਣਾਤੇ ਆ ਮੈਂਬਰਸ, ਤੁਸੀਂ ਉਹ ਦੇਖੋਗੇ ਕਿ ਸੇਮ ਪੈਕੇਜ ਦੇ ਵਿੱਚ ਅਗਰ ਇੱਕ ਸਬ ਕਲਾਸ ਹੈ, ਸੋ ਦਿਸ ਇਜ਼ ਸਬ ਕਲਾਸ, ਤਾਂ ਉਸ ਦੇ ਵਿੱਚ ਮੈਂ ਉਹ ਪ੍ਰਾਈਵੇਟ ਮੈਂਬਰਸ ਐਕਸੈਸ ਨਹੀਂ ਕਰ ਪਾ ਰਿਹਾ, ਮੇਰੇ ਕੋਲ ਐਰਰ ਆ ਰਿਹਾ। ਵਿਜ਼ੀਬਲ ਆ ਬੇਟਾ ਸਾਰਿਆਂ ਨੂੰ ਐਰਰ? ਯੈਸ ਸਰ। ਠੀਕ ਹੈ, ਸੋ ਇਹ ਕੀ ਹੈ ਆਪਣੇ ਕੋਲ ਐਰਰ ਆ ਰਿਹਾ। ਤੇ ਅਗਰ ਮੈਂ ਇੱਥੇ ਕੁਝ ਵੀ ਨਹੀਂ ਲਿਖਦਾ, ਫॉर एग्जांपल ਮੈਂ ਇਸ ਨੂੰ ਵੀ ਡਿਲੀਟ ਕਰ ਦਿੰਦਾ, ਇਸ ਨੂੰ ਵੀ ਕਰ ਦਿੰਦਾ ਤੇ ਇਸ ਨੂੰ ਵੀ ਕਰ ਦਿੰਦਾ, ਅਗਰ ਮੈਂ ਇੱਥੇ ਕੁਝ ਵੀ ਨਹੀਂ ਲਿਖਦਾ ਤਾਂ ਦੇਖੋਗੇ ਤੁਸੀਂ ਇੱਥੇ ਮੇਰਾ ਐਰਰ ਜੋ ਹੈ ਉਹ ਠੀਕ ਹੋ ਗਿਆ। ਠੀਕ ਹੈ, ਐਂਡ ਉਸ ਤੋਂ ਬਾਅਦ ਜੇ ਮੈਂ ਕੰਟਰੋਲ ਪ੍ਰੈਸ ਕਰਕੇ ਇਸ ਨੂੰ ਪੁਆਇੰਟ ਕਰਨ ਦੀ ਕੋਸ਼ਿਸ਼ ਕਰਾਂ ਤਾਂ ਇਸ ਨੂੰ ਪੁਆਇੰਟ ਵੀ ਕਰ ਰਿਹਾ। ਓਕੇ ਬੇਟਾ, ਸੋ ਨੈਕਸਟ ਹੈ ਆਪਣੇ ਕੋਲ ਪ੍ਰੋਟੈਕਟਡ। ਅਗਰ ਮੈਂ ਇਸੇ ਦੇ ਮੂਹਰੇ ਪ੍ਰੋਟੈਕਟਡ ਲਿਖਦਾ ਤਾਂ ਕੀ ਮੈਂ ਯੂਜ਼ ਕਰ ਪਾਉਂਗਾ? ਯੈਸ, ਉਸ ਕੇਸ ਦੇ ਵਿੱਚ ਵੀ ਮੈਂ ਇਸ ਨੂੰ ਕੀ ਕਰ ਪਾ ਰਿਹਾ, ਯੂਜ਼ ਕਰ ਪਾ ਰਿਹਾ। ਠੀਕ ਹੈ, ਐਂਡ ਨੈਕਸਟ ਕਮਸ ਪਬਲਿਕ। ਪਬਲਿਕ ਦਾ ਬੇਟਾ ਹੁੰਦਾ ਹੀ ਮਤਲਬ ਆਪਾਂ ਕਹਿ ਲਈਏ ਓਪਨ ਐਕਸੈਸ ਹੈ। ਸੋ ਪਬਲਿਕ ਅਗਰ ਤੁਸੀਂ ਲਿਖਦੇ ਹੋ ਤਾਂ ਤੁਸੀਂ ਇੱਥੇ ਦੇਖ ਸਕਦੇ ਬੇਟਾ, ਪਬਲਿਕ ਦੀ ਹਮੇਸ਼ਾ ਇੱਕ ਕਨਵੈਨਸ਼ਨ ਹੁੰਦੀ ਹੈ ਕਿ ਵੇਰੀਏਬਲਸ ਨੇ ਨਾ ਜਿਹੜੇ ਤੁਹਾਡੇ ਆ ਵੇਰੀਏਬਲਸ ਜੋ ਡੇਟਾ ਸਟੋਰ ਕਰ ਰਹੇ ਆ, ਉਹਨਾਂ ਨੂੰ ਤੁਸੀਂ ਪਬਲਿਕ ਕਦੇ ਵੀ ਡਿਕਲੇਅਰ ਨਾ ਕਰੋ। ਠੀਕ ਹੈ, ਕਿਉਂਕਿ ਸਿਕਿਉਰਿਟੀ ਵਾਈਜ਼ ਪਬਲਿਕ ਵੇਰੀਏਬਲਸ ਨੂੰ ਪਬਲਿਕ ਡਿਕਲੇਅਰ ਕਰਨਾ ਇਜ਼ ਵੈਰੀ ਬੈਡ ਪ੍ਰੈਕਟਿਸ। ਮੈਥਡਸ ਨੂੰ ਤੁਸੀਂ ਪਬਲਿਕ ਡਿਕਲੇਅਰ ਕਰ ਸਕਦੇ ਹੋ। ਠੀਕ ਹੈ, ਮੈਥਡਸ ਨੂੰ ਕਿਉਂ ਕਰ ਸਕਦੇ ਹੋ? ਕਿਉਂਕਿ ਮੈਥਡ ਦੇ ਵਿੱਚ ਤੁਸੀਂ ਕੀ ਕੀਤਾ ਹੋਇਆ, ਮੈਥਡ ਦੇ ਵਿੱਚ ਤਾਂ ਤੁਸੀਂ ਪ੍ਰੋਪਰ ਕੰਟਰੋਲ ਲਿਖਿਆ ਹੋਇਆ, ਸਾਰਾ ਚੀਜ਼ਾਂ ਲਿਖੀਆਂ ਹੋਈਆਂ ਨੇ ਕਿ ਕਿਹੜੇ ਉਹ ਵੇਰੀਏਬਲ ਨੂੰ ਕਿਵੇਂ ਚੇਂਜ ਕਰਨਾ ਹੈ, ਇਹ ਤੁਸੀਂ ਡਿਫਾਈਨ ਕੀਤਾ ਹੋਇਆ। ਅਗਰ ਤੁਸੀਂ ਵੇਰੀਏਬਲ ਨੂੰ ਹੀ ਪਬਲਿਕ ਕਰ ਦਿੰਦੇ ਹੋ ਤਾਂ ਉੱਥੇ ਰਿਸਕ ਬਹੁਤ ਵੱਡਾ ਹੋ ਜਾਂਦਾ, ਤੁਹਾਡਾ ਵੇਰੀਏਬਲ ਕੋਈ ਵੀ ਐਕਸੈਸ ਕਰਕੇ ਉਸਦੀ ਵੈਲਿਊ ਚੇਂਜ ਕਰਕੇ ਜਾ ਸਕਦਾ। ਫਿਰ ਤੁਸੀਂ ਬਾਅਦ ਚੋਂ ਦੇਖਦੇ ਰਹਿ ਜਾਓਗੇ ਵੀ ਅਕਾਊਂਟ ਦੇ ਵਿੱਚ ਤਾਂ $4000 ਪਿਆ ਸੀਗਾ, ਉਹ 4000 ਘਟ ਕੇ $500 ਹੋ ਗਿਆ। ਠੀਕ ਹੈ, ਸੋ ਪਬਲਿਕ ਵੇਰੀਏਬਲਸ ਨੂੰ ਪਬਲਿਕ ਰੱਖਣਾ ਇਜ਼ ਵੈਰੀ ਬੈਡ ਪ੍ਰੈਕਟਿਸ। ਹਾਂਜੀ ਕਲੀਅਰ ਹੈ ਬੇਟਾ, ਇਹ ਚੀਜ਼ ਪਤਾ ਲੱਗੀ ਸਾਰਿਆਂ ਨੂੰ? यस सर। ਯੈਸ ਸਰ। ਓਕੇ ਬੇਟਾ, ਉਸ ਤੋਂ ਬਾਅਦ ਹੈ ਬੇਟਾ ਸੇਮ ਪੈਕੇਜ ਨॉन सब क्लास। ਸੇਮ ਪੈਕੇਜ ਨॉन सब क्लास ਮਤਲਬ ਅਗਰ ਮੈਂ ਬਾਕਸ ਤੇ ਬਾਕਸ ਵੇਟ ਨੂੰ ਦੇਖਾਂ ਤੇ ਬਾਕਸ ਵੇਟ ਨੂੰ ਮੈਂ ਆ ਕੁਛ ਨਾ ਕਰਾਂ, ਮੈਂ ਬਾਕਸ ਵੇਟ ਮਤਲਬ ਐਕਸਟੈਂਡ ਨਾ ਕਰਾਂ, ਲੈਟਸ ਸੇ ਮੈਂ ਇਸ ਨੂੰ ਐਕਸਟੈਂਡ ਨਹੀਂ ਕਰਦਾ, ਤਾਂ ਇਸ ਦੇ ਵਿੱਚ ਮੇਰੇ ਕੋਲ ਦੋ ਤਿੰਨ ਚੀਜ਼ਾਂ ਮੈਨੂੰ ਨਹੀਂ ਚਾਹੀਦੀਆਂ, ਕਿਹੜੀਆਂ ਨਹੀਂ ਚਾਹੀਦੀਆਂ ਮੈਨੂੰ? ਸੁਪਰ ਉਹ ਵੀ ਨਹੀਂ ਚਾਹੀਦਾ ਮੈਨੂੰ, ਲੈਟਸ ਸੇ, ਦੈਨ ਆ ਵੀ ਨਹੀਂ ਚਾਹੀਦਾ, this super is also not required, this is also not required. now ਇਸ ਦੇ ਵਿੱਚ ਕੀ ਕਹਿ ਰਿਹਾ ਕਿ ਅਗਰ ਤੁਸੀਂ ਪ੍ਰਾਈਵੇਟ ਲਿਖਿਆ ਕਿਸੇ ਮੈਂਬਰ ਨੂੰ, ਠੀਕ ਹੈ, ਸੇਮ ਪੈਕੇਜ ਹੈ, ਨॉन सब क्लास ਹੈ, ਅਗਰ ਤੁਸੀਂ ਕਿਸੇ ਮੈਂਬਰ ਨੂੰ ਪ੍ਰਾਈਵੇਟ ਲਿਖਿਆ, ਫॉर एग्जांपल ਇੱਥੇ ਮੈਂ ਲਿਖਿਆ ਲੈਟਸ ਸੇ ਪ੍ਰਾਈਵੇਟ ਲਿਖਿਆ, ਠੀਕ ਹੈ, ਸੋ ਇੱਥੇ ਲਿਖਤਾ ਮੈਂ ਪ੍ਰਾਈਵੇਟ। ਹੁਣ ਬੇਟਾ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਹਿਲਾਂ ਤਾਂ ਤੁਹਾਨੂੰ ਇਸ ਕਲਾਸ ਦੇ ਵਿੱਚ ਕੀ ਕਰਨਾ ਪਊਗਾ, ऑब्जेक्ट क्रिएट करना पऊगा बॉक्स का। सो बॉक्स का ऑब्जेक्ट क्रिएट करना पऊगा, क्योंकि हुण इनहेरिटेंस नहीं ना हो रही इत्थे, तुसीं ध्यान नाल देखो आपां इनहेरिटेंस नहीं ना कर रहे इत्थे। ठीक है, सो इनहेरिटेंस नहीं कर रहे, दैट मीनस असीं की करांगे, सिर्फ असीं ऑब्जेक्ट दी हेल्प दे नाल ही उसनूं यूज करांगे। सो तुसीं देखोगे इत्थे ऑब्जेक्ट दी हेल्प दे नाल भी मैं इसनूं यूज नहीं कर पा रहा। रीजन यही है बेटा कि जिहड़ा आ वाला वेरीएबल है दैट इज नाउ प्राइवेट। हाँ जी क्लीयर है बेटा ये चीज सारे नूं? यस सर। यस सर। ठीक है बेटा। नाउ उस तो बाद अगर मैं उसनूं कुछ भी नहीं डिफाइन करदा, लेट्स से मैं इसनूं कुछ भी नहीं डिफाइन कर रहा एंड तुसीं देखोगे मेरा एरर इत्थों चला गया। ठीक है, उस तो बाद अगर मैं इसनूं प्रोटेक्टेड डिफाइन कर दिंदा, लेट्स से आई डिफाइन इट एज अ प्रोटेक्टेड वन, सो प्रोटेक्टेड डिफाइन करदा तो तुसीं देखोगे इत्थे फिर भी कोई एरर नहीं आ रहे। एंड अगर मैं पब्लिक डिफाइन करता, पब्लिक का तो कोई प्रॉब्लम ही नहीं है, तुसीं पब्लिक का तो देखोगे तो पब्लिक की तो कोई प्रॉब्लम ही नहीं है। ठीक है, सो पब्लिक की कोई प्रॉब्लम, सो पब्लिक का तुसीं हमेशा एक्सेस कर सकते, ये याद रखियो हमेशा। ठीक है, सो सेम पैकेज है, नॉन सब क्लास है, मतलब दो क्लासेस आपस च रिलेट नहीं करदियां, रिलेट सिर्फ इस करके कर रही ने क्योंकि वो इको ही पैकेज का पार्ट। ठीक है, तो उस केस च प्राइवेट दे विच तुसीं कुछ नहीं कर सकते, प्राइवेट दे विच एक्सेस नहीं कर सकते, बाकी सारे मॉडिफायर्स तुसीं डेटा एक्सेस कर सकते। हुण बेटा आ जाती है गल डिफरेंट पैकेजेस सब क्लासेस, अगर डिफरेंट पैकेजेस, ठीक है, इफ इट इज डिफरेंट पैकेज, सो अगर मैं इत्थे बॉक्स वेट एक्स नाम का पैकेज लिया एंड इत्थे बॉक्स वेट EX1 नाम का पैकेज लिया, ठीक है, सो ये तुसीं देखोगे इत्थे,
तो इनू ਆਪਾਂ मूव कर ਦਿੰਦੇ ਆ। तो दिस इज नाउ मूव, ठीक है। इसनू ਆਪਾਂ ਕੀ ਕੀਤਾ, इसनू अलग पैकेज बना लिया, इसनू अलग पैकेज। ਹੁਣ बेटा प्रॉब्लम देखो ਇੱਥੇ ਕੀ आ रही है, ठीक है। ਹੁਣ सब तो पहला ਤਾਂ ਆਪਾਂ ਨੂੰ ਇੱਥੇ पैकेज इंपोर्ट करना पएगा। सो पैकेज किवें इंपोर्ट करांगे बेटा, इंपोर्ट, ठीक है। उस तो बाद पैकेज का नाम की है, ਤੁਸੀਂ ਇੱਥੇ ਇਸ ਨੂੰ इंपोर्ट कर सकते, ठीक है। जस्ट अ सेकंड। अच्छा, इतने एग्जाम्पल ये कह रहे हैं डिफरेंट पैकेज सब क्लास के, मतलब पैकेज डिफरेंट है बट क्लास सेम है, ठीक है। तो उत्थे किवें आपां इसनूं देखांगे। फॉर एग्जाम्पल द पैकेज हेयर इज फाइल सेम पैकेज डॉट p1, इत्थे आ गया p2, ठीक है। सो इसनूं आपां एक्सटेंड कर दे। So let's try to extend it. Okay, so here what we have to do is, this is the package name,